ਵਾਹਿਗੁਰੂ ਸਾਹਿਬ ਜੀ। ਸੋ ਟਿੱਕਾ ਸੋ ਛਤਰ ਸਿਰ, ਸੋਈ ਸੱਚਾ ਤਖਤ ਟਿਕਾਈ। ਗੁਰ ਨਾਨਕ ਹੰਦੀ ਮੋਹਰ ਹੱਥ, ਗੁਰ ਅੰਗਦ ਦੀ ਦੋਹੀ ਫਿਰਾਈ। ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਜੰਮੇ ਪੂਰਬ ਬੀਜਿਆ, ਵਿੱਚ ਵਿੱਚ ਹੋਰ ਕੂੜੀ ਚਤੁਰਾਈ। ਲਹਿਣੇ ਪਾਈ ਨਾਨਕੋਂ, ਦੇਣੀ ਅਮਰਦਾਸ ਘਰ ਆਈ। ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ। ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨ ਲਖਿਆ ਜਾਈ। ਦਾਤ ਜੋਤ ਖਸਮੈ ਵਡਿਆਈ, ਦਾਤ ਜੋਤ ਖਸਮੈ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਚਿੱਤ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। ਪਹਿਲੀ ਵਾਰ ਦੀ 46ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਲਹਿਣੇ ਨੂੰ ਸਰੀਰ ਦੇ ਅੰਗਾਂ ਨਾਲ ਲਾ ਕੇ ਗੁਰੂ ਅੰਗਦ ਦੇਵ ਬਣਾ ਦਿੱਤਾ, ਗੁਰਿਆਈ ਬਖਸ਼ੀ। ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰੂ ਬਣ ਗਏ। ਉਹੀ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੀ ਭਾਈ ਲਹਿਣੇ ਦੇ ਵਿੱਚ ਪ੍ਰਕਾਸ਼ਿਤ ਹੋਈ, ਗੁਰੂ ਅੰਗਦ ਦੇਵ ਬਣੇ। ਸੰਗਤਾਂ ਨੇ ਭਾਵਨਾ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੀ ਰੂਪ ਜਾਣਿਆ, ਕੋਈ ਅੰਤਰ ਕੋਈ ਭੇਦ ਨਹੀਂ ਜਾਣਿਆ। ਆਓ ਭਾਈ ਗੁਰਦਾਸ ਜੀ 46ਵੀਂ ਪੌੜੀ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ, ਪਿਆਰ ਦੇ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ। ਸੋ ਟਿੱਕਾ ਸੋ ਛਤਰ ਸਿਰ, ਸੋਈ ਸੱਚਾ ਤਖਤ ਟਿਕਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਗੁਰੂ ਕੇ ਸਿੱਖੋ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਕੋਈ ਫਰਕ ਨਹੀਂ। ਕਿਉਂ? ਸੋ ਟਿੱਕਾ ਸੋ ਛਤਰ ਸਿਰ, ਉਹ ਹੀ ਗੁਰਿਆਈ ਦਾ ਤਿਲਕ, ਉਹ ਹੀ ਗੁਰਿਆਈ ਦਾ ਸਿਰ ਦੇ ਉੱਪਰ ਛਤਰ ਹੈ ਗੁਰੂ ਅੰਗਦ ਦੇਵ ਜੀ ਦੇ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਸੀ। ਸੋਈ ਸੱਚਾ ਤਖਤ ਟਿਕਾਈ, ਤੇ ਉਹੀ ਗੁਰਿਆਈ ਦਾ ਸੱਚਾ ਤਖਤ ਹੈ ਜਿਹਦੇ ਉੱਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਟਿਕੇ ਹੋਏ ਨੇ,
ਜਾਂ ਟਿਕਾਈ ਜਿਸ ਸੱਚੇ ਤਖਤ ਦੇ ਉੱਤੇ ਗੁਰੂ ਅੰਗਦ ਦੇਵ ਜੀ ਦੀ ਬਿਰਾਜਮਾਨੀ ਹੋਈ ਹੈ। ਸਿਰਫ ਸਰੀਰ ਬਦਲਿਆ ਹੈ, ਗੁਰਿਆਈ ਉਹੀ ਹੀ ਹੈ, ਗੁਰੂ ਜੋਤ ਉਹੀ ਹੈ, ਸਾਰੀਆਂ ਬਖਸ਼ਿਸ਼ਾਂ ਰਹਿਮਤਾਂ ਉਹੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਿਹੜੀਆਂ ਸਨ। ਗੁਰ ਨਾਨਕ ਹੰਦੀ ਮੋਹਰ ਹੱਥ, ਗੁਰ ਅੰਗਦ ਦੀ ਦੋਹੀ ਫਿਰਾਈ। ਹੰਦੀ ਦਾ ਅਰਥ ਹੁੰਦਾ ਦੀ, ਗੁਰ ਨਾਨਕ ਹੰਦੀ ਮੋਹਰ ਹੱਥ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹੱਥ ਦੀ ਮੋਹਰ ਛਾਪ, ਸ਼ਕਤੀ, ਤਾਕਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਹੈ। ਅਥਵਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੋਹਰ ਛਾਪ ਜੋ ਸ਼ਕਤੀ ਹੈ ਨਾ, ਉਹ ਗੁਰੂ ਅੰਗਦ ਦੇਵ ਜੀ ਦੇ ਹੱਥ ਵਿੱਚ ਹੈ। ਉਹੀ ਜੋਤ ਹੈ, ਉਹੀ ਤਾਕਤ ਹੈ, ਸਭ ਕੁਝ ਉਹੀ ਹੈ। ਗੁਰ ਅੰਗਦ ਦੀ ਦੋਹੀ ਫਿਰਾਈ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦੋਹੀ ਫਿਰੀ ਹੈ ਚਾਰੇ ਪਾਸੇ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਸਾਰੇ ਪਾਸੇ ਹੋਇਆ, ਇਸੇ ਹੀ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਸ ਸਾਰੇ ਹੋ ਰਿਹਾ ਹੈ। ਸਤਿਗੁਰੂ ਦੇ ਤੇਜ ਪ੍ਰਤਾਪ ਦੀ ਦੋਹੀ ਹੈ, ਦੁਹਾਈ ਉਹ ਫਿਰ ਗਈ ਹੈ। ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਗੁਰਗੱਦੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਸੀ, ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਹੁਕਮ ਕੀਤਾ ਸੀ, ਪੁਰਖਾ ਤੂੰ ਹੁਣ ਇੱਥੇ ਕਰਤਾਰਪੁਰ ਨਹੀਂ ਰਹਿਣਾ, ਖਡੂਰ ਚਲਿਆ ਜਾ ਆਪਣੇ ਨਗਰ, ਉੱਥੇ ਹੀ ਟਿਕ, ਉੱਥੇ ਹੀ ਸਿੱਖ ਆਉਣਗੇ ਤੁਹਾਡੇ ਕੋਲ, ਉਹਨਾਂ ਨੂੰ ਬਾਣੀ ਉਚਾਰ ਕੇ ਉਪਦੇਸ਼ ਦਿਓ, ਸਿੱਖੀ ਦਾ ਪ੍ਰਚਾਰ ਕਰੋ। ਦਿੱਤਾ ਛੋੜ ਕਰਤਾਰਪੁਰ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਰਤਾਰਪੁਰ ਛੱਡ ਦਿੱਤਾ। ਬੈਠ ਖਡੂਰੇ ਜੋਤ ਜਗਾਈ, ਤੇ ਖਡੂਰ ਦੀ ਧਰਤੀ 'ਤੇ ਬਹਿ ਕੇ ਖਡੂਰ ਨਗਰ ਦੇ ਵਿੱਚ ਹੁਣ ਜਦੋਂ ਗੁਰੂ ਸਾਹਿਬ ਜੀ ਇੱਥੇ ਆ ਗਏ ਨੇ, ਗੁਰੂ ਜੋਤ ਗੁਰੂ ਅੰਗਦ ਦੇਵ ਜੀ ਦੇ ਵਿੱਚ ਬਿਰਾਜਮਾਨ ਹੈ। ਇੱਥੇ ਮਹਾਰਾਜ ਨੇ ਰਹਿਮਤਾਂ ਵਰਤਾਈਆਂ, ਇਹ ਖਡੂਰ ਸਾਹਿਬ ਬਣ ਗਿਆ। ਸਿਆਣਿਆਂ ਦੀ ਰਸਨਾ 'ਤੇ ਇਹ ਸ਼ਬਦ ਅਸੀਂ ਸੁਣੇ ਨੇ, ਜਿਹਨੇ ਵੇਖਿਆ ਨਹੀਂ ਹਜੂਰ ਸਾਹਿਬ, ਵੇਖ ਲੈ ਖਡੂਰ ਸਾਹਿਬ। ਸਤਿਗੁਰੂ ਦੇ ਅਸਥਾਨ ਨੇ ਬਹੁਤੇ, ਜਿੱਥੇ ਜਿੱਥੇ ਗੁਰੂ ਸਾਹਿਬ ਕੌਤਕ ਕਰਦੇ ਰਹੇ, ਔਰ ਲੰਮਾ ਸਮਾਂ ਮਹਾਰਾਜ ਖਡੂਰ ਸਾਹਿਬ ਦੀ ਧਰਤੀ 'ਤੇ ਗੁਰੂ ਅੰਗਦ ਦੇਵ ਜੀ ਰਹੇ। ਬੈਠ ਖਡੂਰੇ ਜੋਤ ਜਗਾਈ, ਖਡੂਰ ਨਗਰ ਦੇ ਵਿੱਚ ਬੈਠ ਕੇ ਗੁਰੂ ਜੋਤ ਜਗਾਈ, ਨਾਮ ਦੀ ਜੋਤ ਜਗਾਈ। ਜੋਤ ਜਗਾਉਣ ਤੋਂ ਭਾਵ ਹੁੰਦਾ ਰੌਸ਼ਨੀ ਕੀਤੀ, ਪ੍ਰਕਾਸ਼ ਕੀਤਾ। ਜਿਹੜੇ ਅਗਿਆਨਤਾ ਦੇ ਹਨੇਰੇ ਦੇ ਵਿੱਚ ਭਟਕ ਰਹੇ ਸੀ, ਉਹਨਾਂ ਨੂੰ ਸ਼ਬਦ ਰਾਹੀਂ ਗੁਰੂ ਅੰਗਦ ਦੇਵ ਜੀ ਨੇ ਸਿੱਖਿਆ ਦਿੱਤੀ। ਹੁਣ ਜਿਹੜੀ ਗੁਰੂ ਜੋਤ ਹੈ, ਉਹ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਦੀ ਧਰਤੀ 'ਤੇ ਆ ਗਈ ਹੈ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਖਡੂਰ ਸਾਹਿਬ ਚਲੇ ਜਾਓ, ਵਿਛੜਨ ਨੂੰ ਜੀ ਨਹੀਂ ਸੀ ਕਰਦਾ, ਪਰ ਗੁਰੂ ਦਾ ਹੁਕਮ ਵੀ ਤਾਂ ਮੰਨਣਾ ਸੀ। ਹੁਕਮ ਮੰਨ ਕੇ ਖਡੂਰ ਸਾਹਿਬ ਆ ਗਏ ਮਾਤਾ ਪਿਰਾਈ ਕੋਲ। ਸਤਿਗੁਰੂ ਦਾ ਵਿਛੋੜਾ ਸੀ ਗੁਰੂ ਨਾਨਕ ਸਾਹਿਬ ਜੀ ਦਾ। ਇੱਥੇ ਮਾਤਾ ਪਿਰਾਈ ਨੂੰ ਆ ਕੇ ਕਹਿਣ ਲੱਗੇ, ਮੈਨੂੰ ਇੱਕ ਕੋਠੜੀ ਚਾਹੀਦੀ ਹੈ, ਮੈਂ ਇਕਾਂਤ ਵਿੱਚ ਬੈਠਾਂਗਾ। ਚੁੱਪ ਹਨ। ਮਾਤਾ ਪਿਰਾਈ ਨੇ ਪੁੱਛਿਆ, ਬਹੁਤਾ ਬੋਲੇ ਨਹੀਂ। ਮਾਤਾ ਪਿਰਾਈ ਨੇ ਕੋਠੜੀ ਦੇ ਦਿੱਤੀ। ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਉਸ ਕੋਠੜੀ ਵਿੱਚ ਪ੍ਰਵੇਸ਼ ਹੋ ਗਏ, ਆਪਣੇ ਨਿੱਜੀ ਸਰੂਪ ਦੇ ਵਿੱਚ ਟਿਕ ਗਏ। ਦਰਵਾਜ਼ਾ ਬੰਦ ਕਰਵਾ ਦਿੱਤਾ।
ਕਵੀ ਸੰਤੋਖ ਸਿੰਘ ਜੀ ਤਾਂ ਇੱਥੋਂ ਤੱਕ ਲਿਖਦੇ ਨੇ, ਮਹਾਰਾਜ ਨੇ ਦਰਵਾਜ਼ਾ ਚਿਣਵਾ ਕੇ ਲਿੰਬਾ ਦਿੱਤਾ, ਕੋਈ ਆਵੇ ਦੱਸਣਾ ਨਹੀਂ। ਮਹਾਰਾਜ ਦਾ ਵਿਛੋੜਾ ਸਾਥੋਂ ਝੱਲਿਆ ਨਹੀਂ ਜਾਂਦਾ, ਅਸੀਂ ਇਕਾਂਤ ਵਿੱਚ ਟਿਕ ਕੇ ਹੀ ਬੰਦਗੀ ਕਰਾਂਗੇ। ਗੁਰੂ ਅੰਗਦ ਦੇਵ ਮਹਾਰਾਜ ਜੀ ਇੱਥੇ ਖਡੂਰ ਸਾਹਿਬ ਦੀ ਧਰਤੀ 'ਤੇ ਮਾਤਾ ਪਿਰਾਈ ਜੀ ਦੇ ਕੋਲ ਟਿਕ ਗਏ, ਇਕਾਂਤ ਵਿੱਚ ਟਿਕੇ ਨੇ, ਬੰਦਗੀ ਕਰਦੇ ਨੇ। ਉਧਰ ਸਤਿਗੁਰੂ ਨਾਨਕ ਦੇਵ ਮਹਾਰਾਜ ਜਦ ਜੋਤੀ ਜੋਤ ਸਮਾ ਗਏ, ਸੰਗਤਾਂ ਗੁਰੂ ਦਰਸ਼ਨਾਂ ਨੂੰ ਬੇਬਲ ਹੋਈਆਂ। ਮਹਾਰਾਜ ਸੱਚੇ ਪਾਤਸ਼ਾਹ ਦੇ ਜਦ ਦਰਸ਼ਨ ਨਾ ਹੋਏ, ਫਿਰ ਸਾਰੀਆਂ ਸੰਗਤਾਂ ਮਿਲ ਕੇ ਗੁਰੂ ਕੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਪੁੱਜੇ। ਬੇਨਤੀ ਕੀਤੀ, ਬਾਬਾ ਬੁੱਢਾ ਸਾਹਿਬ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਬਚਨ ਕੀਤੇ ਸਨ, ਅਸੀਂ ਜਿਸ ਵੀ ਰੂਪ ਵਿੱਚ ਜਿੱਥੇ ਵੀ ਹੋਈਏ ਤੁਹਾਡੇ ਤੋਂ ਲੁਕੇ ਛਿਪੇ ਨਹੀਂ ਹੋਵਾਂਗੇ, ਤੈਥੋਂ ਓਹਲੇ ਨਾ ਹੋਸਾਂ। ਇਹ ਬਚਨ ਦਿੱਤੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ। ਸਾਨੂੰ ਹੁਣ ਗੁਰੂ ਦੇ ਦਰਸ਼ਨ ਕਰਵਾਓ। ਸਤਿਗੁਰੂ ਕਿੱਥੇ ਨੇ ਜਿਨ੍ਹਾਂ ਨੂੰ ਗੁਰਿਆਈ ਮਿਲੀ ਹੈ? ਬਾਬਾ ਬੁੱਢਾ ਸਾਹਿਬ ਜੀ ਨੇ ਤਾਂ ਆਪ ਗੁਰਿਆਈ ਦਾ ਤਿਲਕ ਦਿੱਤਾ ਸੀ। ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਕੀਰਤਨ ਕਰਦੇ ਹੋਏ ਗੁਰੂ ਕੇ ਸਿੱਖ ਪਿਆਰੇ ਖਡੂਰ ਸਾਹਿਬ ਦੀ ਧਰਤੀ 'ਤੇ ਆਏ, ਮਾਤਾ ਪਿਰਾਈ ਦੇ ਘਰੇ ਆ ਗਏ। ਬਾਬਾ ਬੁੱਢਾ ਸਾਹਿਬ ਸਾਰੇ ਸਿੱਖਾਂ ਨੇ ਮਾਤਾ ਪਿਰਾਈ ਨੂੰ ਨਮਸਕਾਰ ਕੀਤੀ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਪੁੱਛਦੇ ਨੇ, ਮਾਈ ਗੁਰੂ ਅੰਗਦ ਦੇਵ ਜੀ ਤੁਹਾਡੇ ਘਰ ਹਨ? ਮਾਤਾ ਪਿਰਾਈ ਅੱਗੋਂ ਚੁੱਪ ਨੇ। ਇਹ ਦੋਵੇਂ ਨਾਂ ਇਤਿਹਾਸ ਵਿੱਚ ਆਉਂਦੇ ਨੇ, ਮਾਤਾ ਵਿਰਾਈ ਵੀ ਤੇ ਮਾਤਾ ਪਿਰਾਈ ਵੀ, ਸੱਤ ਭਰਾਈ ਵੀ ਕਈ ਕਹਿੰਦੇ ਸਨ। ਮਾਤਾ ਪਿਰਾਈ ਜੀ ਚੁੱਪ ਹਨ, ਕੁਝ ਨਹੀਂ ਬੋਲੇ। ਤੇ ਅੱਗੋਂ ਕਹਿੰਦੇ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਤੁਹਾਨੂੰ ਕਿਹਨੇ ਦੱਸਿਆ ਗੁਰੂ ਮੇਰੇ ਘਰ ਹੈ? ਤੇ ਬਾਬਾ ਬੁੱਢਾ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ, ਮਾਈ ਮੀਂਹ ਉੱਠਾ, ਪੁੱਤਰ ਜੰਮਿਆ, ਚੰਦ ਚੜ੍ਹਿਆ, ਧਨ ਲੱਭਿਆ, ਇਹ ਕਦੇ ਛੁਪਿਆ ਹੈ? ਮੀਂਹ ਪਿਆ ਹੋਵੇ ਸਾਰਿਆਂ ਨੂੰ ਪ੍ਰਤੱਖ ਦਿਸਦਾ ਹੈ। ਪੁੱਤਰ ਜੰਮਿਆ ਵੀ ਲੁਕਿਆ ਛਿਪਿਆ ਨਹੀਂ ਰਹਿੰਦਾ, ਚੰਦ ਚੜ੍ਹਿਆ ਲੁਕਿਆ ਛਿਪਿਆ ਨਹੀਂ ਰਹਿੰਦਾ। ਮਾਈ ਤੇਰੇ ਮੱਥੇ ਦਾ ਤੇਜ ਪ੍ਰਤਾਪ ਦੱਸਦਾ ਹੈ ਗੁਰੂ ਤੇਰੇ ਘਰ ਦੇ ਵਿੱਚ ਹੈ। ਪਰ ਮਾਤਾ ਜੀ ਨੂੰ ਹੁਕਮ ਸੀ ਮਹਾਰਾਜ ਦਾ ਵੀ ਦੱਸਣਾ ਨਹੀਂ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਮੈਂ ਇਹ ਵੀ ਜਾਣਦਾ ਹਾਂ ਤੁਸੀਂ ਕਿਉਂ ਚੁੱਪ ਹੋ। ਸਾਰੀ ਸੰਗਤ ਨੂੰ ਕਿਹਾ ਬੈਠ ਕੇ ਕੀਰਤਨ ਕਰੋ। ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ, ਗੁਰੂ ਅੰਗਦ ਦੇਵ ਮਹਾਰਾਜ ਮੇਰਾ ਨਾਮ ਬੁੱਢਾ ਹੈ, ਦਰਸ਼ਨ ਦੇਵੋ, ਬਾਹਰ ਆਵੋ, ਕਿਰਪਾ ਕਰੋ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਮਾਧੀ ਤੋਂ ਉੱਠ ਕੇ ਮਹਾਰਾਜ ਬਾਹਰ ਆਏ। ਸਾਰੀਆਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ। ਸੰਗਤਾਂ ਨੇ ਨਮਸਕਾਰ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਚਰਨਾਂ 'ਤੇ ਸੀਸ ਰੱਖ ਕੇ ਕਿਹਾ, ਮਹਾਰਾਜ ਇਸ ਤਰ੍ਹਾਂ ਆਪ ਲੋਕ ਕੇ ਨਾ ਬੈਠੋ, ਤੁਹਾਨੂੰ ਵਡਿਆਈ ਮਿਲੀ ਹੈ, ਗੁਰਗੱਦੀ ਮਿਲੀ ਹੈ, ਸੰਗਤਾਂ ਦਾ ਉਧਾਰ ਕਰੋ, ਵਿਚਰੋ, ਸੰਗਤਾਂ ਨੂੰ ਦਰਸ਼ਨ ਦੇਵੋ, ਉਪਦੇਸ਼ ਦੇਵੋ। ਤੇ ਜਦੋਂ ਮਹਾਰਾਜ ਕੋਠੜੀ ਵਿੱਚੋਂ ਬਾਹਰ ਆਏ, ਸਭ ਤੋਂ ਪਹਿਲਾਂ ਮਹਾਰਾਜ ਨੇ ਇਹ ਸ਼ਬਦ ਉਚਾਰਿਆ, ਜਿਸ ਪਿਆਰੇ ਸਿਉਨੇ ਹੋ ਤਿਸੇ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਜਿਹਦੇ ਨਾਲ ਨੇਹ ਪਿਆਰ ਹੋਵੇ ਉਹਦੇ ਤੋਂ ਪਹਿਲਾਂ ਹੀ ਸੰਸਾਰ ਤੋਂ ਤੁਰ ਜਾਣਾ ਚਾਹੀਦਾ ਹੈ। ਉਹਦੇ ਤੋਂ ਪਿੱਛੋਂ ਜਿਉਣਾ ਤਾਂ ਫਿਰ ਤ੍ਰਿਗ ਹੈ, ਜਿਉਣ ਨੂੰ ਜੀ ਹੀ ਨਹੀਂ ਕਰਦਾ। ਪਰ ਕੀ ਕਰੀਏ, ਗੁਰੂ ਦਾ ਹੁਕਮ ਹੈ, ਉਹ ਵੀ ਤਾਂ ਹੁਕਮ ਵਜਾਉਣਾ ਹੈ, ਪੂਰਾ ਕਰਨਾ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਮੈਨੂੰ ਉਪਦੇਸ਼ ਦੇਵੋ। ਤੇ ਸਤਿਗੁਰਾਂ ਨੇ ਸ਼ਬਦ ਕਹੇ ਸਨ, ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ, ਤਿਨ ਕਉ ਕਿਆ ਉਪਦੇਸੀਐ, ਜਿਨ ਗੁਰ ਨਾਨਕ ਦਿਓ। ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਹੋਵੇ, ਸਿੱਖਿਆ ਦਿੱਤੀ ਹੋਵੇ, ਤੇ ਸਤਿਗੁਰਾਂ ਦੀਆਂ ਸਿੱਖਿਆਵਾਂ ਦੇ ਨਾਲ ਜਿਹਨੇ ਜੀਵਨ ਸਵਾਰ ਲਿਆ ਹੋਵੇ, ਮੈਂ ਉਸ ਨੂੰ ਕੀ ਸਿੱਖਿਆ ਦੇ ਸਕਦਾ ਹਾਂ। ਖੈਰ
ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਬਖਸ਼ਣ ਲੱਗ ਪਏ। ਨਿੱਤ ਸੰਗਤਾਂ ਆਉਂਦੀਆਂ ਨੇ, ਸੱਚੇ ਪਾਤਸ਼ਾਹ ਤੋਂ ਉਪਦੇਸ਼ ਲੈਂਦੀਆਂ ਹਨ। ਗੁਰੂ ਅੰਗਦ ਦੇਵ ਮਹਾਰਾਜ ਜੀ ਬਾਣੀ ਉਚਾਰ ਕੇ ਸਿੱਖ ਸੰਗਤਾਂ ਨੂੰ ਸਿੱਖਿਆ ਦਿੰਦੇ ਹੈ, ਸ਼ਬਦ ਦੇ ਨਾਲ ਜੋੜਦੇ ਹੈ, ਚਰਨ ਅੰਮ੍ਰਿਤ ਬਖਸ਼ ਕੇ ਅਭਿਲਾਸ਼ੀਆਂ ਨੂੰ ਸਿੱਖੀ ਦੀ ਦਾਤ ਬਖਸ਼ਦੇ ਹੈ। ਲੰਗਰ ਚੱਲਣ ਲੱਗ ਪਏ ਤੇ ਮਾਤਾ ਖੀਵੀ ਜੀ, ਬਾਬਾ ਬੁੱਢਾ ਸਾਹਿਬ ਜੀ, ਗੁਰੂ ਕੇ ਪਿਆਰੇ ਸਿੱਖ ਬਹੁਤ ਪਿਆਰ ਭਾਵਨਾ ਦੇ ਨਾਲ ਲੰਗਰ ਵਿੱਚ ਸੇਵਾ ਕਰਦੇ ਹੈ। ਆਈਆਂ ਗਈਆਂ ਸੰਗਤਾਂ ਲੰਗਰ ਵਿੱਚੋਂ ਪ੍ਰਸ਼ਾਦ ਛਕਦੀਆਂ ਨੇ। ਕੋਈ ਭੁੱਖਾ ਹੈ ਲੰਗਰ ਵਿੱਚੋਂ ਪ੍ਰਸ਼ਾਦਾ ਛਕਦਾ ਹੈ। ਭੋਗ ਤੇ ਮੋਖ ਦੋਵੇਂ ਹੀ ਵਰਤਣ ਲੱਗ ਪਏ ਖਡੂਰ ਸਾਹਿਬ ਦੀ ਧਰਤੀ 'ਤੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਦ ਅਸੀਂ ਰਾਮਕਲੀ ਦੀ ਤੀਜੀ ਵਾਰ ਪੜ੍ਹਦੇ ਹਾਂ, ਭਾਈ ਸੱਤੇ ਬਲਵੰਡੇ ਵਾਲੀ, ਮਾਤਾ ਖੀਵੀ ਜੀ ਦਾ ਵਿਸ਼ੇਸ਼ ਕਰਕੇ ਨਾਂ ਦਾ ਜ਼ਿਕਰ ਹੈ। ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਐਸਾ ਲੰਗਰ ਖਡੂਰ ਸਾਹਿਬ ਦੀ ਧਰਤੀ 'ਤੇ ਵਰਤਾਇਆ ਜਾਂਦਾ ਸੀ। ਰਸਦਾਇਕ ਖੀਰ, ਘਿਓ ਪਾਇਆ ਹੋਇਆ ਲੰਗਰ ਵਿੱਚ ਸਵਾਦਿਸ਼ਟ ਪਕਵਾਨ ਬਣਦੇ ਸਨ। ਗੁਰੂ ਕੇ ਸਿੱਖ ਭਾਵਨਾਵਾਂ ਦੇ ਨਾਲ ਸੇਵਾ ਕਰਦੇ ਸੀ। ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾਲੀ, ਔਰ ਸੰਘਣੀ ਛਾਂ ਕਿਹਾ ਹੈ ਮਾਤਾ ਖੀਵੀ ਨੂੰ। ਸਿੱਖ ਬਹੁਤ ਸਤਿਕਾਰ ਕਰਦੇ ਸੀ। ਮਾਤਾ ਖੀਵੀ ਜੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਲੰਗਰ ਵਿੱਚ ਸੇਵਾ ਕਰਦੇ ਰਹੇ। ਇੱਥੇ ਖਡੂਰ ਸਾਹਿਬ ਦੀ ਧਰਤੀ 'ਤੇ ਸੱਚੇ ਪਾਤਸ਼ਾਹ ਜੀ ਨੇ ਨਿਰੰਕਾਰੀ ਰਜਾ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ। ਭਾਈ ਜੀਵਾ ਜੋ ਹਰ ਰੋਜ਼ ਸਤਿਗੁਰੂ ਪਾਤਸ਼ਾਹ ਜੀ ਦੇ ਵਾਸਤੇ ਖਿਚੜੀ ਲੈ ਕੇ ਆਉਂਦਾ ਸੀ, ਤਿਆਰ ਕਰਕੇ ਦਹੀਂ ਲੈ ਕੇ ਆਉਣਾ। ਇੱਕ ਦਿਨ ਹਨੇਰੀ ਬਹੁਤ ਤੇਜ਼ ਚੱਲੀ ਹੈ, ਪ੍ਰਸ਼ਾਦਾ ਤਿਆਰ ਨਾ ਕਰ ਪਾਏ। ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਜੇ ਤੁਸੀਂ ਬਚਨ ਕਰ ਦੇਵੋ ਹਨੇਰੀ ਰੁਕ ਜਾਏ, ਮੈਂ ਆਪ ਜੀ ਦੇ ਵਾਸਤੇ ਲੰਗਰ ਤਿਆਰ ਕਰ ਲਵਾਂ। ਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜੀਵਾ ਜੀ ਇਹ ਰੱਬ ਦੀ ਰਜਾ ਹੈ, ਰੱਬ ਦੀ ਰਜਾ ਦੇ ਉਲਟ ਨਹੀਂ ਚੱਲਣਾ ਚਾਹੀਦਾ। ਇਹ ਜਿਹੜੀ ਹਨੇਰੀ ਚੱਲ ਰਹੀ ਹੈ, ਇਸ ਹਨੇਰੀ ਦੇ ਨਾਲ ਕਈ ਜਹਾਜ਼ ਜਿਹੜੇ ਨੇ ਬੰਦਰਗਾਹਾਂ 'ਤੇ ਰੁਕੇ ਹੋਏ, ਉਹ ਆਪਣੀਆਂ ਦਿਸ਼ਾਵਾਂ ਵੱਲ ਪੈਂਡਾ ਤੈਅ ਕਰਨਗੇ, ਟਾਪੂਆਂ 'ਤੇ ਜਾਣਗੇ, ਉੱਥੇ ਸਾਜੋ ਸਮਾਨ ਪਹੁੰਚੇਗਾ। ਇਹ ਹਨੇਰੀ ਦੇ ਨਾਲ ਕਈਆਂ ਥਾਵਾਂ 'ਤੇ ਐਸੇ ਪੱਥਰ ਨੇ ਜਿੱਥੇ ਮਿੱਟੀ ਨਹੀਂ, ਉੱਥੇ ਮਿੱਟੀ ਪੁੱਜੇਗੀ। ਕਈ ਕੀੜੇ, ਕਈ ਸੱਪ ਉਸ ਮਿੱਟੀ ਨੂੰ ਖਾਂਦੇ ਹੈ, ਇਹ ਭੋਜਨ ਉਹਨਾਂ ਦਾ ਉੱਥੇ ਤੱਕ ਪੁੱਜੇਗਾ। ਇਸ ਲਈ ਰੱਬ ਦੀ ਰਜਾ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਪ੍ਰਸ਼ਾਦਾ ਠਹਿਰ ਕੇ ਤਿਆਰ ਕਰ ਲਿਓ, ਜੇ ਅੱਜ ਨਹੀਂ ਤੇ ਭਲਕੇ ਸਵੇਰੇ ਕਰ ਲਿਓ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਸਿਰ ਝੁਕਾ ਕੇ ਭਾਈ ਜੀਵੇ ਨੇ ਮੰਨਿਆ। ਮਹਾਰਾਜ ਰੱਬੀ ਰਜਾ ਵਿੱਚ ਰਹਿਣ ਦਾ ਤੁਸੀਂ ਉਪਦੇਸ਼ ਦਿੱਤਾ ਹੈ, ਸਾਨੂੰ ਸਿਖਾਇਆ ਹੈ। ਫਿਰ ਉਹਦੀ ਪੁੱਤਰੀ ਜੀਵਾਈ ਉਹ ਸੇਵਾ ਕਰਦੀ ਰਹੀ ਸੀ। ਐਸੀਆਂ ਸਿੱਖਿਆਵਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ, ਗੁਰਸਿੱਖਾਂ ਨੂੰ ਸਿੱਖਿਆ 'ਤੇ ਚੱਲਣ ਦਾ ਉਪਦੇਸ਼ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਹੋਰ ਪਿਆਰ ਵਾਲੇ, ਭਾਵਨਾ ਵਾਲੇ ਸਿੱਖ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਨੇ। ਸੱਚੇ ਪਾਤਸ਼ਾਹ ਗੁਰਸਿੱਖਾਂ ਨੂੰ ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾ ਕਰਕੇ ਸਿੱਖੀ ਦੇ ਵਿੱਚ ਲਿਆਉਂਦੇ ਹੈ, ਪ੍ਰਪੱਕ ਕਰਦੇ ਹੈ। ਇੱਥੇ ਹੀ ਖਡੂਰ ਸਾਹਿਬ ਦੀ ਧਰਤੀ 'ਤੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੁਝ ਮਾਲਵੇ ਦੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਕਿਉਂਕਿ ਸਤਿਗੁਰੂ ਨਾਗੇ ਦੀ ਸਰਾਂ, ਮੱਤੇ ਦੀ ਸਰਾਂ ਵੀ ਕਹਿੰਦੇ ਹੈ, ਮੁਕਤਸਰ ਦੇ ਨੇੜੇ ਸਤਿਗੁਰੂ ਦਾ ਪ੍ਰਕਾਸ਼ ਹੋਇਆ। ਜਦੋਂ ਇਹ ਸਾਰੀਆਂ ਵਡਿਆਈਆਂ ਮਿਲੀਆਂ, ਗੁਰਤਾ ਗੱਦੀ ਪਤਾ ਤਾਂ ਲੱਗਣਾ ਸੀ। ਬੇਨਤੀ ਕੀਤੀ, ਮਹਾਰਾਜ ਆਪ ਆਓ, ਚਰਨ ਪਾਓ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੇਨਤੀ ਨੂੰ ਮੰਨ ਕੇ ਮਾਲਵੇ ਦੇ ਵਿੱਚ ਚਰਨ ਪਾਏ ਸਨ। ਅਨੇਕਾਂ ਪਿੰਡਾਂ ਨੂੰ ਨਿਹਾਲ ਕੀਤਾ ਸੀ। ਪ੍ਰਿੰਸੀਪਲ ਸਤਬੀਰ ਸਿੰਘ ਨੇ ਸਤਿਗੁਰੂ ਦੇ ਇਸ ਮਾਲਵੇ ਦੇ ਫੇਰੇ ਦੌਰਾਨ ਆਪਣੇ ਇਸ ਘੋਲੀਆ ਨਗਰ ਦਾ ਵੀ ਜ਼ਿਕਰ ਕੀਤਾ ਹੈ ਵੀ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਇੱਥੇ ਵੀ ਕੁਝ ਸਮਾਂ ਠਹਿਰੇ ਤੇ ਚਰਨ ਪਾਏ ਸਨ।
ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਜੋ ਗੁਰੂ ਅੰਗਦ ਦੇਵ ਮਹਾਰਾਜ ਦਾ ਜੀਵਨ ਲਿਖਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਹਰੀਕੇ ਪਿੰਡ ਗਏ ਨਾ, ਗੁਰੂ ਅੰਗਦ ਦੇਵ ਜੀ, ਜਿਹੜਾ ਮੁਕਤਸਰ ਦੇ ਨੇੜੇ ਹਰੀਕੇ ਪਿੰਡ, ਕੁਝ ਸਮਾਂ ਪਹਿਲਾਂ ਠਹਿਰੇ ਵੀ ਸਨ, ਅਤੇ ਜਿਹੜੇ ਬਚਪਨ ਦੇ ਵਿੱਚ ਸੱਚੇ ਪਾਤਸ਼ਾਹ ਦੇ ਨਾਲ ਖੇਡਦੇ ਰਹੇ, ਬਚਪਨ ਦੇ ਸੰਗੀ ਸਾਥੀ ਸੀ, ਉਹਨਾਂ ਨੂੰ ਪਤਾ ਲੱਗਾ ਗੁਰੂ ਅੰਗਦ ਦੇਵ ਜੀ ਆਏ ਨੇ, ਗੁਰਗੱਦੀ 'ਤੇ ਸੁਸ਼ੋਭਿਤ ਹਨ। ਸਾਰੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਏ। ਮਹਾਰਾਜ ਜੀ ਇੱਕ ਪਲੰਘ 'ਤੇ ਬਿਰਾਜਮਾਨ ਬੈਠੇ ਨੇ, ਸੰਗਤਾਂ ਵਾਸਤੇ ਹੇਠਾਂ ਵਿਛਾਈ ਕੀਤੀ ਹੋਈ ਹੈ, ਸੰਗਤਾਂ ਹੇਠਾਂ ਬੈਠੀਆਂ ਨੇ ਸਤਿਗੁਰੂ ਦੇ ਸਤਿਕਾਰ ਦੇ ਵਿੱਚ। ਅਤੇ ਸੱਚੇ ਪਾਤਸ਼ਾਹ ਜੀ ਦਾ ਨਾ ਇੱਕ ਬਚਪਨ ਦਾ ਸਾਥੀ ਸੀ ਬਖਤਾਵਰ, ਚੌਧਰੀ ਬਣ ਗਿਆ ਹੁਣ ਵੱਡਾ ਹੋ ਕੇ, 72 ਪਿੰਡਾਂ ਦਾ ਚੌਧਰੀ ਸੀ। ਇਹਨੂੰ ਜਦੋਂ ਪਤਾ ਲੱਗਾ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਣ ਵਾਸਤੇ ਆਇਆ, ਪਰ ਇਹਦੇ ਮਨ ਦੇ ਵਿੱਚ ਚੌਧਰਤਾ ਦਾ ਹੰਕਾਰ ਸੀ। ਅੰਤਰਜਾਮੀ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਜਾਣ ਕੇ ਸਿੱਖਾਂ ਨੂੰ ਕਿਹਾ ਵੀ ਇੱਕ ਪੰਘੂੜਾ ਲਿਆਓ, ਥੋੜਾ ਕਾਨਿਆਂ ਦਾ ਬਣਿਆ ਹੁੰਦਾ ਨਾ, ਪੰਘੂੜਾ ਲਿਆਓ। ਮਹਾਰਾਜ ਕਹਿੰਦੇ ਇੱਥੇ ਰੱਖ ਦਿਓ, ਚੌਧਰੀ ਆ ਰਿਹਾ ਹੈ, ਚਲੋ ਉਹ ਇਹਦੇ 'ਤੇ ਬਹਿ ਜਾਏਗਾ। ਉਹਦੇ ਮਨ ਵਿੱਚ ਹੈ ਹਉਮੈ ਹੈ, ਮੈਂ ਚੌਧਰੀ ਹਾਂ, ਵੱਡਾ ਹਾਂ। ਸਿੱਖਾਂ ਨੇ ਬਚਨ ਮੰਨ ਕੇ ਇੱਕ ਪੰਘੂੜਾ ਉੱਥੇ ਲਾ ਦਿੱਤਾ, ਪਰ ਉਹ ਐਡਾ ਵੱਡਾ ਹੰਕਾਰੀ ਬੰਦਾ ਸੀ। ਕਵੀ ਭਾਈ ਸੰਤੋਖ ਸਿੰਘ ਨੇ ਸ਼ਬਦ ਲਿਖੇ ਨੇ, ਤਿਨ ਮਹਿ ਜੋ ਮਾਨੀ ਸਰਦਾਰ, ਨਹੀਂ ਪੰਘੂਰੇ ਦਿਸ਼ ਪਗ ਧਾਰ, ਸ੍ਰੀ ਗੁਰ ਤਰੇ ਪ੍ਰਯੰਕ ਨਿਹਾਰਾ, ਤਰੇ ਨਾ ਬੈਠੋਂ ਇਮ ਜੀ ਤਾਰਾ। ਕਵੀ ਜੀ ਕਹਿੰਦੇ ਜੋ ਉਹਨਾਂ ਦੇ ਵਿੱਚ ਮਾਨੀ ਹੰਕਾਰੀ ਸਰਦਾਰ ਸੀ ਨਾ, ਚੌਧਰੀ, ਉਹਦੇ ਬੈਠਣ ਵਾਸਤੇ ਪੰਘੂੜਾ ਜਿਹੜਾ ਲਾਇਆ ਸੀ, ਮਹਾਰਾਜ ਨੇ ਸਿੱਖਾਂ ਨੇ ਇਸ਼ਾਰਾ ਕੀਤਾ ਵੀ ਆਹ ਤੇਰੇ ਵਾਸਤੇ ਪੰਘੂੜਾ ਲਾਇਆ, ਇਹਦੇ 'ਤੇ ਬਹਿ ਜਾਓ। ਵੇਖਿਆ ਹੀ ਨਹੀਂ ਪੰਘੂੜੇ ਵੱਲ, ਉਧਰ ਨੂੰ ਗਿਆ ਹੀ ਨਾ। ਕੀ ਵੇਖਦਾ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਪਲੰਘ 'ਤੇ ਬੈਠੇ ਨੇ, ਅਤੇ ਮਨ ਹੀ ਮਨ ਕਹਿੰਦਾ ਹੈ ਤਰੇ ਨਾ ਬੈਠੋਂ ਇਮ ਜੀ ਧਾਰਾ, ਕਹਿੰਦਾ ਮੈਂ ਹੇਠਾਂ ਨਹੀਂ ਬੈਠਾਂਗਾ। ਮੇਰੇ ਨਾਲ ਖੇਡਦੇ ਰਹੇ ਨੇ, ਉਹੀ ਹੈ ਲਹਿਣਾ ਜਿਹੜਾ ਨਾਲ ਖੇਡਦਾ ਰਿਹਾ ਮੇਰੇ। ਮੈਂ ਅੱਜ 72 ਪਿੰਡਾਂ ਦਾ ਚੌਧਰੀ ਹਾਂ, ਮੈਂ ਕਿਉਂ ਬੈਠਾ ਇਹਨਾਂ ਤੋਂ ਹੇਠਾਂ। ਜਾਏ ਸਿਰਹਾਨੇ ਕੀ ਦਿਸ਼ ਬੈਠਾ, ਸਰਦਾਰੀ ਕੇ ਮਾਨ ਅਮੈਠਾ। ਉਹਨੂੰ ਚੌਧਰਤਾ ਦਾ ਇੰਨਾ ਹੰਕਾਰ ਸੀ, ਇੰਨੀ ਹਉਮੈ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਸ ਪਲੰਘ 'ਤੇ ਬੈਠੇ ਨੇ, ਉਹ ਸਿਰਹਾਣੇ ਵਾਲੇ ਪਾਸੇ ਜਾ ਕੇ ਬਹਿ ਗਿਆ। ਚਾਹੀਦਾ ਇਹ ਸੀ ਮੱਥਾ ਟੇਕ ਕੇ ਸ਼ਰਧਾ ਦੇ ਨਾਲ ਭੁੰਜੇ ਹੇਠਾਂ ਬੈਠਦਾ, ਪਰ ਉਹਨੇ ਮਹਾਰਾਜ ਦਾ ਸਤਿਕਾਰ ਨਹੀਂ ਕੀਤਾ। ਹੰਕਾਰ ਸ਼ਿਖਰ 'ਤੇ ਹੈ। ਮਹਾਰਾਜ ਦੇ ਸਿਰਹਾਣੇ ਵਾਲੇ ਪਾਸੇ ਜਦੋਂ ਬੈਠ ਗਿਆ, ਸਤਿਗੁਰੂ ਵੇਖ ਕੇ ਮੁਸਕਰਾਉਂਦੇ ਰਹੇ, ਕੋਈ ਗੱਲ ਨਹੀਂ। ਨਹੀਂ ਸਮਝ ਹੁੰਦੀ ਕਈਆਂ ਨੂੰ ਕਿਵੇਂ ਸਤਿਕਾਰ ਕਰਨਾ ਹੈ। ਕੁਝ ਸਮਾਂ ਮਹਾਰਾਜ ਦੇ ਕੋਲ ਬੈਠਾ, ਸਿੱਖ ਜਿਹੜੇ ਸੀ, ਸੰਗਤ ਸਾਰੀ ਹੈਰਾਨ ਹੋਈ। ਕੁਝ ਸਿੱਖ ਕਾਹਲੇ ਵੀ ਪਏ ਕਿ ਇਹਨੂੰ ਬਾਹੋਂ ਫੜ ਕੇ ਸਿਰਹਾਣੇ ਵਾਲੇ ਪਾਸਿਓਂ ਉਠਾ ਦਈਏ, ਮਹਾਰਾਜ ਦਾ ਨਿਰਾਦਰ ਕਰਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਰੁਖ ਜਾਣ ਕੇ ਸਾਰੇ ਚੁੱਪ ਬੈਠੇ ਰਹੇ, ਕਿਸੇ ਨੇ ਕੁਝ ਨਹੀਂ ਕਿਹਾ। ਕੁਝ ਸਮਾਂ ਬੈਠਿਆ ਅਤੇ ਚਲਿਆ ਗਿਆ। ਉਹਦੇ ਜਾਣ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਬੜਾ ਹੰਕਾਰੀ ਬੰਦਾ ਸੀ, ਮਹਾਰਾਜ ਤੁਹਾਡਾ ਸਤਿਕਾਰ ਨਹੀਂ ਇਸ ਨੇ ਕੀਤਾ। ਸਤਿਗੁਰੂ ਜੀ ਕਹਿੰਦੇ ਸਾਨੂੰ ਤਾਂ ਕੋਈ ਫਰਕ ਨਹੀਂ ਪੈਣਾ, ਜੋ ਸੁਭਾਵਕ ਮਹਾਰਾਜ ਨੇ ਬਚਨ ਕਹੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਕਹੇ ਸਨ। ਕਵੀ ਸੰਤੋਖ ਸਿੰਘ ਜੀ ਨੇ ਵੀ ਉਹਨਾਂ ਸ਼ਬਦਾਂ ਨੂੰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪਹਿਲੀ ਰਾਸ ਵਿੱਚ ਲਿਖਿਆ ਹੈ। ਕਹਿੰਦੇ ਮਹਾਰਾਜ ਸਹਿਜ ਸੁਭਾਵਕ ਹੀ ਬਚਨ ਬੋਲੇ, ਪਲੰਗ ਪੰਘੂਰਾ ਕਛੂ ਨਾ ਰਹਿਓ, ਅਬ ਤੇ ਇਨਕੋ ਸਭ ਕੁਛ ਦਹਿਓ। ਪਾਤਸ਼ਾਹ ਜੀ ਕਹਿੰਦੇ ਹੁਣ ਨਾ ਰਹਿਣਾ ਪਲੰਗ ਅਤੇ ਨਾ ਰਹਿਣਾ ਪੰਘੂੜਾ,
ਹੁਣ ਤੋਂ ਸਭ ਕੁਝ ਹੀ ਦਹਿਓ ਸੜ ਜਾਏਗਾ, ਖਤਮ ਹੋ ਜਾਏਗਾ। ਇਹ ਸੁਭਾਵਿਕ ਬਚਨ ਸਨ। ਹੰਕਾਰੀ ਬੰਦੇ ਬਹੁਤਾ ਸਮਾਂ ਨਹੀਂ ਚੌਧਰੀਆਂ ਟਿਕਦੀਆਂ ਉਹਨਾਂ ਦੇ ਕੋਲ। ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਸ਼ਬਦ ਕਹੇ ਵੀ ਹੁਣ ਇਹ ਕੁਛ ਨਹੀਂ ਰਹਿਣਾ ਇਹਨਾਂ ਕੋਲ। ਤਬ ਤੇ ਘਟਤ ਘਟਤ ਘਟ ਗਏ, ਨਹਿ ਉਕਸੇ ਸੋ ਬਿਨਾਸੀ ਪਏ। ਕਵੀ ਸੰਤੋਖ ਸਿੰਘ ਦੇ ਸ਼ਬਦ। ਕਹਿੰਦੇ ਉਦੋਂ ਤੋਂ ਘਟਦੇ ਘਟਦੇ ਘਟ ਹੀ ਗਏ, ਉਹ ਘਟ ਗਿਆ। ਫਿਰ ਤਾਂ ਨਹੀਂ ਉੱਠ ਪਾਇਆ, ਚੌਧਰਤਾ ਵੀ ਜਾਂਦੀ ਰਹੀ, ਸਭ ਕੁਝ ਖਤਮ ਹੋ ਗਿਆ। ਗੁਰੂ ਦਾ, ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ, ਇਹ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨੀਵੇਂ ਬੈਠਣਾ ਚਾਹੀਦਾ ਹੈ। ਹੁਣ ਤਾਂ ਅਸੀਂ ਗੁਰਦੁਆਰਿਆਂ ਦੇ ਵਿੱਚ ਕੁਰਸੀਆਂ ਲਾਉਣ ਦਾ ਰਿਵਾਜ ਪਾ ਲਿਆ, ਬਹੁਤ ਗਲਤ ਗੱਲ ਹੈ। ਪਹਿਲੋਂ ਕੋਈ ਇੱਕ ਅੱਧਾ ਹੁੰਦਾ ਸੀ, ਭਾਵੇਂ 20 ਹੋਰ ਲਾ ਦੇਵੋ ਉਹ ਵੀ ਭਰ ਜਾਣਗੀਆਂ। ਇਹ ਰਿਵਾਜ ਗਲਤ ਹੈ। ਸਤਿਗੁਰੂ ਦੇ ਸਨਮੁਖ ਕਿਵੇਂ ਬੈਠਣਾ? ਹਾਂ, ਤੁਸੀਂ ਇੱਦਾਂ ਕਰ ਸਕਦੇ ਹੋ। ਕਈ ਅਸਥਾਨਾਂ 'ਤੇ ਅਸੀਂ ਵੇਖਿਆ ਹੈ, ਪਿਛਲੇ ਪਾਸੇ ਉਹ ਥਾਂ ਨੀਵਾਂ ਕੀਤਾ ਹੋਇਆ ਹੈ, ਬਿਲਕੁਲ ਨੀਵਾਂ ਕੀਤਾ ਹੋਇਆ ਹੈ। ਫਿਰ ਉੱਥੇ ਕੁਰਸੀ ਲਾਈ ਹੋਈ ਹੈ, ਉਹ ਸੰਗਤ ਦੇ ਬਰਾਬਰ ਬੈਠਦੇ ਨੇ। ਉਹ ਅਸਥਾਨ ਹੀ, ਉਹ ਪਿਛਲੋਂ ਦਰਬਾਰ ਹੀ ਪੁੱਟ ਕੇ ਉਹ ਸਾਰਾ ਬਾਅਦ ਵਿੱਚ ਕਰਕੇ ਸਹੀ ਉਹ ਬਹਿਣ ਦਾ ਪ੍ਰਬੰਧ ਤਾਂ ਕਰ ਦਿੱਤਾ ਹੈ। ਕਿਉਂਕਿ ਜਾਣਦੇ ਹਾਂ ਅਸੀਂ ਕਿ ਕਈਆਂ ਨੂੰ ਬਹੁਤੀ ਗੋਡਿਆਂ ਦੀ ਪ੍ਰੋਬਲਮ ਹੋਵੇਗੀ, ਸਮਾਂ ਜਿਸ ਤਰ੍ਹਾਂ ਦਾ ਚੱਲਦਾ ਹੈ। ਪਰ ਫਿਰ ਉਹਦੇ ਵਾਸਤੇ ਪ੍ਰਬੰਧ ਵੀ ਤਾਂ ਕਰਨਾ ਚਾਹੀਦਾ ਨਾ, ਵੀ ਇਹੋ ਜਿਹਾ ਪ੍ਰਬੰਧ ਹੋਵੇ, ਕੁਰਸੀਆਂ ਉਸ ਨੀਵੇਂ ਥਾਂ 'ਤੇ ਲੱਗੀਆਂ ਹੋਣ, ਸੰਗਤ ਦੇ ਬਰਾਬਰ ਬੈਠਿਆ ਜਾਏ। ਸੋ ਗੁਰੂ ਭਲੀ ਕਰੇ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ, ਮਹਾਰਾਜ ਦਾ ਸਤਿਕਾਰ ਨਹੀਂ ਕੀਤਾ ਅਤੇ ਸਭ ਕੁਝ ਉਹਦਾ ਖਤਮ ਹੋ ਗਿਆ। ਇਸ ਲਈ ਗੁਰੂ ਦਾ ਵੱਧ ਤੋਂ ਵੱਧ ਸਤਿਕਾਰ ਸਾਨੂੰ ਕਰਨਾ ਚਾਹੀਦਾ ਹੈ। ਮਹਾਰਾਜ ਨੇ ਇਸ ਮਾਲਵੇ ਦੀ ਜਦੋਂ ਫੇਰੀ ਪਾਈ, ਅਨੇਕਾਂ ਸੰਗਤਾਂ ਨੂੰ ਨਿਹਾਲ ਕੀਤਾ, ਅਨੇਕਾਂ ਪਿੰਡਾਂ 'ਚ ਚਰਨ ਪਾਏ, ਵਾਪਸ ਖਡੂਰ ਸਾਹਿਬ ਚਲੇ ਗਏ। ਬੈਠ ਖਡੂਰੇ ਜੋਤ ਜਗਾਈ। ਖਡੂਰ ਸਾਹਿਬ ਦੀ ਧਰਤੀ 'ਤੇ ਬੈਠ ਕੇ ਮਹਾਰਾਜ ਜੋਤ ਜਗਾਉਂਦੇ ਹੈ। ਸੱਚੇ ਪਾਤਸ਼ਾਹ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਹੈ। ਆਪ ਸਭ ਨੂੰ ਪਤਾ ਹੈ, ਹੁਮਾਯੂੰ ਜਦ ਆਇਆ ਸੀ ਨਾ ਕਨੌਜ ਦੇ ਮੈਦਾਨ ਦੇ ਵਿੱਚੋਂ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਕੇ, ਅਤੇ ਉਹਨੇ ਆਪਣੇ ਮਾਮੇ ਕੋਲੋਂ ਪੁੱਛਿਆ ਸੀ ਵੀ ਇੱਥੇ ਕੋਈ ਪੀਰ ਫਕੀਰ ਹੈ? ਉਹਨੇ ਕਿਹਾ ਹਾਂ, ਖਡੂਰ ਸਾਹਿਬ ਦੀ ਧਰਤੀ 'ਤੇ ਗੁਰੂ ਅੰਗਦ ਦੇਵ ਜੀ ਨੇ, ਉਹਨਾਂ ਕੋਲ ਚਲੇ ਜਾ, ਉਹ ਰਹਿਮਤਾਂ ਕਰ ਸਕਦੇ ਨੇ। ਅਤੇ ਹੁਮਾਯੂੰ ਇੱਥੇ ਖਡੂਰ ਸਾਹਿਬ ਆਇਆ ਸੀ ਮਹਾਰਾਜ ਦੇ ਕੋਲ। ਸੱਚੇ ਪਾਤਸ਼ਾਹ ਸੁਭਾਵਿਕ ਬੱਚਿਆਂ ਨੂੰ ਪੜ੍ਹਾ ਰਹੇ ਨੇ, ਮਹਾਰਾਜ ਨੇ ਧਿਆਨ ਨਹੀਂ ਦਿੱਤਾ। ਇਹਨੇ ਮਨ ਵਿੱਚ ਸੋਚਿਆ ਵੀ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰਾ ਸਤਿਕਾਰ ਨਹੀਂ ਕੀਤਾ। ਤਲਵਾਰ ਦੇ ਮੁੱਠੇ ਵੱਲ ਹੱਥ ਲਿਜਾਣ ਲੱਗਾ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਨਜ਼ਰ ਭਰ ਕੇ ਤੱਕਿਆ। ਮਹਾਰਾਜ ਕਹਿੰਦੇ, ਹੁਮਾਯੂੰ, ਜਿੱਥੇ ਤਲਵਾਰ ਚਲਾਉਣ ਦਾ ਵੇਲਾ ਸੀ, ਜਿੱਥੇ ਤਲਵਾਰ ਵਾਹੁਣੀ ਸੀ, ਕਨੌਜ ਦੇ ਮੈਦਾਨ 'ਚ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ, ਓਏ ਉੱਥੋਂ ਤੋਂ ਤੂੰ ਭੱਜ ਆਇਆ, ਇੱਥੇ ਫਕੀਰਾਂ 'ਤੇ ਤਲਵਾਰ ਚੁੱਕਦਾ। ਇੰਨੇ ਬਚਨ ਸਤਿਗੁਰੂ ਨੇ ਕੀਤੇ, ਕੰਬ ਗਿਆ ਹੁਮਾਯੂੰ, ਮਹਾਰਾਜ ਦੇ ਚਰਨਾਂ 'ਤੇ ਝੁਕ ਗਿਆ। ਮਹਾਰਾਜ ਖਿਮਾ ਕਰੋ। ਸੱਚੇ ਪਾਤਸ਼ਾਹ ਕਹਿੰਦੇ, ਹੁਮਾਯੂੰ, ਰਾਜ ਦੀ ਕਿਹੜੀ ਗੱਲ ਸੀ, ਹੁਣੇ ਬਖਸ਼ ਦਿੰਦੇ, ਪਰ ਫਿਰ ਵੀ ਤੂੰ ਖਿਮਾ ਮੰਗ ਲਈ, ਚਰਨਾਂ 'ਤੇ ਝੁਕ ਗਿਆ ਹੈ, ਸਮਾਂ ਤਾਂ ਲੱਗੇਗਾ, ਰਾਜ ਮਿਲ ਜਾਊ, ਕੋਈ ਗੱਲ ਨਹੀਂ। ਇਹ ਵਾਪਸ ਚਲਿਆ ਗਿਆ ਸੀ, ਫਿਰ ਦੁਬਾਰਾ ਆਇਆ ਸੀ, ਦੁਬਾਰਾ ਇਸ ਨੂੰ ਰਾਜ ਭਾਗ ਦੀ ਪ੍ਰਾਪਤੀ ਹੋਈ ਸੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਈ। ਆਪ ਸੱਚੇ ਪਾਤਸ਼ਾਹ ਜੀ ਸੰਥਿਆ ਕਰਵਾਉਂਦੇ ਸਨ, ਗੁਰਮੁਖੀ ਅੱਖਰਾਂ ਦੀ ਪਛਾਣ ਬੱਚਿਆਂ ਨੂੰ ਕਰਵਾਉਂਦੇ ਸਨ। ਐਸੀਆਂ ਰਹਿਮਤਾਂ ਕਰਦੇ ਰਹੇ ਖਡੂਰ ਸਾਹਿਬ ਦੀ ਧਰਤੀ 'ਤੇ। ਔਰ ਇੱਥੇ ਹੀ ਸ਼ਿਵਨਾਥ ਤਪਾ, ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਬਹੁਤ ਈਰਖਾ ਕਰਦਾ ਸੀ, ਖਡੂਰ ਸਾਹਿਬ ਦੀ ਧਰਤੀ 'ਤੇ। ਅਤੇ ਬਹੁਤ ਸਾਰੇ ਖਡੂਰ ਦੇ ਜਿਹੜੇ ਖਹਿਰੇ ਜੱਟ ਸੀ ਨਾ, ਉਹ ਤਪੇ ਨੂੰ ਆਪਣਾ ਗੁਰੂ ਮੰਨਦੇ ਹੁੰਦੇ ਸੀ। ਇੱਕ ਵਾਰ ਸਮਾਂ ਐਸਾ ਆ ਬਣਿਆ, 1601 ਬਿਕਰਮੀ ਦੇ ਵਿੱਚ ਸੁਭਾਵਿਕ ਬਰਸਾਤ ਨਾ ਹੋਈ।
ਤੇ ਜਿੰਨੇ ਵੀ ਖੇਤੀ ਕਰਨ ਵਾਲੇ ਉਹ ਖਹਿਰੇ ਜੱਟ ਸੀ, ਉਹਨਾਂ ਨੇ ਸ਼ਿਵਨਾਥ ਤਪੇ ਨੂੰ ਕਿਹਾ ਵੀ ਬਰਸਾਤ ਨਹੀਂ ਹੋਈ। ਉਹ ਮਹਾਰਾਜ ਦੇ ਨਾਲ ਈਰਖਾ ਖਾਂਦਾ ਸੀ। ਉਹਨੇ ਬਣਾ ਸਵਾਰ ਕੇ ਕਹਿਣ ਲੱਗਾ ਬਰਸਾਤ ਕਿੱਥੋਂ ਆਉਣੀ ਸੀ, ਇੱਥੇ ਤਾਂ ਗ੍ਰਸਤੀ ਗੁਰੂ ਬਣੇ ਬੈਠੇ ਆ, ਪੁਜਵਾਉਂਦੇ ਆ, ਪੂਜਾ ਕਰਵਾਉਂਦੇ ਆ, ਮੱਥੇ ਟਿਕਾਉਂਦੇ ਆ। ਕਹਿੰਦੇ ਅਸੀਂ ਸਮਝੇ ਨਹੀਂ। ਕਹਿੰਦਾ ਤੁਹਾਨੂੰ ਨਹੀਂ ਪਤਾ, ਇੱਥੇ ਗੁਰੂ ਅੰਗਦ ਦੇਵ ਜੀ ਉਹ ਗ੍ਰਸਤੀ ਹੋ ਕੇ ਗੁਰੂ ਬਣ ਕੇ ਪੂਜਾ ਕਰਵਾਉਂਦੇ, ਇਹ ਅਨਰਥ ਹੋ ਰਿਹਾ ਤਾਂ ਹੀ ਨਹੀਂ ਮੀਂਹ ਪਿਆ। ਖਹਿਰੇ ਜੱਟ ਕਹਿਣ ਲੱਗੇ ਫਿਰ ਮੀਂਹ ਕਿਵੇਂ ਪੈਣਾ ਹੈ ਦੱਸੋ। ਕਹਿੰਦਾ ਵੀ ਇਹਨਾਂ ਨੂੰ ਇੱਥੋਂ ਉਠਾ ਦਿਓ ਪਿੰਡ 'ਚੋਂ। ਇੰਨੀ ਈਰਖਾ ਹੁੰਦੀ ਹੈ। ਉਹ ਤਪੇ ਦੇ ਪੜ੍ਹਾਏ ਹੋਏ ਖਹਿਰੇ ਜੱਟ ਗੁਰੂ ਅੰਗਦ ਦੇਵ ਜੀ ਦੇ ਕੋਲ ਆ ਗਏ। ਕਹਿੰਦੇ ਤੁਸੀਂ ਇੱਥੇ ਆ ਕੇ, ਤੁਹਾਡੇ ਆਉਣ ਦੇ ਨਾਲ ਮੀਂਹ ਨਹੀਂ ਪਿਆ, ਖੇਤੀਆਂ ਨਹੀਂ ਹੋਈਆਂ, ਅਸੀਂ ਤਾਂ ਭੁੱਖੇ ਮਰ ਜਾਂਗੇ, ਤੁਸੀਂ ਇੱਥੋਂ ਚਲੇ ਜਾਓ। ਮਹਾਰਾਜ ਕਹਿੰਦੇ ਮੀਂਹ ਪੈਣਾ ਨਾ ਪੈਣਾ ਇਹ ਤਾਂ ਕਰਤਾਰ ਦੇ ਵੱਸ ਹੈ, ਕਿਸੇ ਬੰਦੇ ਦੇ ਵੱਸ ਥੋੜ੍ਹੀ ਹੈ। ਇੱਦਾਂ ਕਿਵੇਂ ਹੋ ਸਕਦਾ ਕਿਸੇ ਦੇ ਆਉਣ ਨਾਲ ਮੀਂਹ ਨਾ ਪਵੇ। ਕਹਿੰਦੇ ਨਹੀਂ, ਸਾਡਾ ਗੁਰੂ ਕਹਿੰਦਾ ਹੈ। ਸੱਚੇ ਪਾਤਸ਼ਾਹ ਜਾਣ ਗਏ, ਮੁਸਕਰਾ ਪਏ ਮਹਾਰਾਜ। ਖਹਿਰੇ ਜੱਟ ਕਹਿੰਦੇ ਜੇ ਤੁਸੀਂ ਆਪ ਨਹੀਂ ਜਾਓਗੇ ਅਸੀਂ ਤੁਹਾਨੂੰ ਧੱਕੇ ਨਾਲ ਬਾਹੋਂ ਫੜ ਕੇ ਪਿੰਡੋਂ ਬਾਹਰ ਕੱਢ ਦੇਵਾਂਗੇ। ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ ਸਾਡਾ ਪਲੰਘ ਚੱਕੋ, ਚਲੋ ਪਿੰਡ ਤੋਂ ਬਾਹਰ ਇੱਕ ਜੰਗਲ 'ਚ ਥਾਂ ਹੈ ਉੱਚਾ, ਖਾਨ ਰਜਾਦਾ ਕਹਿੰਦੇ, ਉੱਥੇ ਚੱਲਦੇ ਹਾਂ। ਪਲੰਘਾ ਚੁਕਵਾਇਆ, ਮਹਾਰਾਜ ਖਡੂਰ ਤੋਂ ਬਾਹਰ ਦੂਰ ਆ ਗਏ, ਜੰਗਲ 'ਚ ਟਿਕ ਗਏ। ਸੰਗਤਾਂ ਵੀ ਫਿਰ ਸਤਿਗੁਰੂ ਦੇ ਨਾਲ ਆ ਗਈਆਂ, ਜੰਗਲ 'ਚ ਮੰਗਲ ਲੱਗ ਗਏ, ਨਮਸਕਾਰ ਕਰਦੀਆਂ ਨੇ ਸੰਗਤਾਂ, ਸਤਿਗੁਰੂ ਉਪਦੇਸ਼ ਦਿੰਦੇ ਨੇ। ਕੁਝ ਦਿਨ ਲੰਘੇ, ਉਹ ਤਪਾ ਕਹਿੰਦਾ ਸੀ 8 ਪਹਿਰਾਂ 'ਚ ਮੀਂਹ ਪੈ ਜਾਊਗਾ, 8 ਦਿਨ ਲੰਘ ਗਏ ਪਰ ਮੀਂਹ ਕਿੱਥੋਂ ਪੈਣਾ ਸੀ। ਇਹ ਕਿਸੇ ਬੰਦੇ ਦੇ ਵੱਸ ਦੀ ਗੱਲ ਥੋੜ੍ਹੀ ਹੈ। ਬਾਬਾ ਅਮਰਦਾਸ ਜੀ ਉਦੋਂ ਆਪਣੇ ਨਗਰ ਗਏ ਹੋਏ ਸੀ, ਜਦੋਂ ਵਾਪਸ ਖਡੂਰ ਆਏ ਵੇਖਿਆ ਇੱਥੇ ਗੁਰੂ ਅੰਗਦ ਦੇਵ ਜੀ ਨਹੀਂ। ਪੁੱਛਿਆ ਸਾਰਿਆਂ ਨੂੰ ਉੱਥੇ ਵੀ ਗੱਲ ਕੀ ਹੈ। ਦੱਸਿਆ ਵੀ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਤਾਂ ਇਹ ਜਿਹੜਾ ਤਵਾ ਨਾ ਸ਼ਿਵਨਾਥ ਤਪਾ ਖਹਿਰੇ ਜੱਟਾਂ ਨੂੰ ਕਹਿ ਕੇ ਮਹਾਰਾਜ ਨੂੰ ਇੱਥੋਂ ਪਿੰਡੋਂ ਬਾਹਰ ਕੱਢ ਦਿੱਤਾ ਗਿਆ ਹੈ। ਹੁਣ ਸੇਵਕ ਸੀ ਸਤਿਗੁਰੂ ਦੇ, ਸੁਭਾਵਕ ਸੀ ਗੁੱਸਾ ਆਉਣਾ। ਗੁਰੂ ਦੀ ਬੇਅਦਬੀ ਕੀਤੀ ਹੈ, ਗੁਰੂ ਨੂੰ ਨਗਰ 'ਚੋਂ ਬਾਹਰ ਕੱਢਿਆ ਗਿਆ ਹੈ। ਖਹਿਰੇ ਜੱਟਾਂ ਨੂੰ ਬਾਬਾ ਅਮਰਦਾਸ ਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਨੂੰ ਤੁਸੀਂ ਤਪੇ ਦੇ ਕਹੇ ਉਹਦੇ ਆਖੇ ਲਾ ਕੇ ਪਿੰਡੋਂ ਬਾਹਰ ਕੱਢਿਆ ਹੈ, ਮੀਂਹ ਤਾਂ ਅਜੇ ਵੀ ਨਹੀਂ ਪਿਆ। ਕਹਿੰਦੇ ਹਾਂ ਮੀਂਹ ਨਹੀਂ ਪਿਆ, ਕਿਵੇਂ ਪਵੇਗਾ। ਕਹਿੰਦੇ ਮੀਂਹ ਪਵੇਗਾ, ਇਹਨੂੰ ਆਪਣੇ ਖੇਤਾਂ ਜਿੱਥੇ ਜਿੱਥੇ ਲੈ ਕੇ ਜਾਓਗੇ, ਇੱਕ ਵਾਰ ਇਹ ਬਚਨ ਮੰਨ ਲਓ, ਮੀਂਹ ਪੈ ਜਾਏਗਾ। ਹੁਣ ਸੇਵਕ ਦੀ ਰਸਨਾ ਤੇ ਆਪ ਗੁਰੂ ਵਸਦਾ ਹੈ। ਐਸੀਆਂ ਰਹਿਮਤਾਂ ਬਰਕਤਾਂ ਮਿਲ ਚੁੱਕੀਆਂ ਸਨ, ਜੋ ਬਚਨ ਕਰਦੇ ਨੇ ਬਾਬਾ ਅਮਰਦਾਸ ਪੂਰਾ ਹੁੰਦਾ ਹੈ। ਉਹ ਸਾਰੇ ਜੱਟ ਖਹਿਰੇ ਇਕੱਠੇ ਹੋ ਕੇ ਤੇ ਉਹ ਤਪੇ ਕੋ ਚਲੇ ਗਏ। ਕਹਿੰਦੇ ਤੁਸੀਂ ਸਾਡੇ ਖੇਤਾਂ 'ਚ ਚਰਨ ਪਾਓ। ਗਿਆਨੀ ਗਿਆਨ ਸਿੰਘ ਨੇ ਪਤਾ ਕੀ ਲਿਖਿਆ ਹੈ, ਉਹ ਤਵਾਰੀਖ ਗੁਰੂ ਖਾਲਸਾ ਵਿੱਚ ਲਿਖਦੇ ਨੇ ਵੀ ਖਹਿਰੇ ਜੱਟਾਂ ਨੇ ਕੀ ਕੀਤਾ, ਇੱਕ ਪਾਸੇ ਵੈੜਕਾ ਜੋੜਿਆ ਤੇ ਇੱਕ ਪਾਸੇ ਤਪੇ ਨੂੰ ਜੋੜ ਲਿਆ ਸੀ। ਚੱਲ ਖੇਤਾਂ 'ਚ, ਸਾਥੋਂ ਤੂੰ ਬੇਅਦਬੀ ਕਰਵਾਈ ਹੈ, ਗੁਰੂ ਅੰਗਦ ਦੇਵ ਮਹਾਰਾਜ ਨੂੰ ਇੱਥੋਂ ਨਗਰ 'ਚੋਂ ਬਾਹਰ ਕਢਵਾ ਦਿੱਤਾ, ਤੇਰੇ ਆਖੇ ਲੱਗ ਕੇ ਅਸੀਂ ਇਹ ਵੱਡਾ ਪਾਪ ਕੀਤਾ, ਮੀਂਹ ਫਿਰ ਵੀ ਨਾ ਪਿਆ। ਜਦੋਂ ਖੇਤਾਂ 'ਚ ਲੈ ਕੇ ਗਏ, ਬੱਦਲ ਚੜ੍ਹ ਕੇ ਆ ਗਿਆ, ਮੀਂਹ ਪੈਣ ਲੱਗ ਪਿਆ। ਜਿੱਥੇ ਜਿੱਥੇ ਲੈ ਕੇ ਜਾਂਦੇ ਨੇ ਮੀਂਹ ਪੈਂਦਾ ਹੈ। ਅਖੀਰ ਜਿੰਨੇ ਉਹ ਖਹਿਰੇ ਜੱਟ ਸੀ, ਉਹਨਾਂ ਧੂ ਕੇ ਆਪੋ ਆਪਣੇ ਖੇਤਾਂ ਵਿੱਚ ਲਿਜਾ ਕੇ ਹੱਡੀਆਂ ਪਸਲੀਆਂ ਇਹਦੀਆਂ ਖਿਲਾਰ ਦਿੱਤੀਆਂ। ਤਪੇ ਦੀ ਮੌਤ ਹੋ ਗਈ। ਫਿਰ ਇਹ ਸਾਰੇ ਖਡੂਰ ਨਗਰ ਦੇ ਨਿਵਾਸੀ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਕੋਲ ਗਏ, ਮੁਆਫੀ ਮੰਗੀ, ਮਹਾਰਾਜ ਅਸੀਂ ਪਖੰਡੀ ਦੇ ਪਿੱਛੇ ਲੱਗ ਕੇ ਤੁਹਾਡੀ ਬੇਅਦਬੀ ਕੀਤੀ, ਤੁਹਾਨੂੰ ਨਗਰ 'ਚੋਂ ਬਾਹਰ ਕੱਢ ਦਿੱਤਾ, ਕਿਰਪਾ ਕਰੋ ਨਗਰ ਵਿੱਚ ਚਰਨ ਪਾਓ। ਫਿਰ ਸਤਿਗੁਰੂ ਨੇ ਚਰਨ ਪਾਏ ਸੀ। ਦੁਬਾਰਾ ਫਿਰ ਮਹਾਰਾਜ ਇੱਥੇ ਖਡੂਰ ਨਗਰ ਵਿੱਚ ਆਏ ਤੇ ਬਾਬਾ ਅਮਰਦਾਸ ਜੀ ਜਦੋਂ ਮੱਥਾ ਟੇਕਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਨੇ ਮੁੱਖ ਦੂਜੇ ਪਾਸੇ ਫੇਰ ਲਿਆ। ਸੱਜੇ ਹੁਣ ਤੇ ਖੱਬੇ ਪਾਸੇ ਮੁੱਖ ਕਰ ਲੈਣ, ਖੱਬੇ ਹੁਣ ਤੇ ਸੱਜੇ ਪਾਸੇ। ਬਾਬਾ ਅਮਰਦਾਸ ਹੱਥ ਜੋੜ ਕੇ ਕਹਿੰਦੇ, ਮਹਾਰਾਜ ਮੈਥੋਂ ਕੀ ਭੁੱਲ ਹੋ ਗਈ,
ਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜੋ ਤਾਕਤ, ਜੋ ਬਰਕਤ ਮਿਲੀ ਹੈ ਨਾ, ਇਹਨੂੰ ਸਾਂਭਣ ਦਾ ਜਿਗਰਾ ਵੀ ਰੱਖੋ, ਅਜਰ ਨੂੰ ਜਰਨਾ ਸਿੱਖੋ। ਤੇ ਕੋਲੋਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਸੇਵਕ ਹਨ, ਸੁਭਾਵਕ ਹੈ ਜਦੋਂ ਗੁਰੂ ਦੀ ਕੋਈ ਬੇਅਦਬੀ ਕਰੇ ਗੁੱਸਾ ਆ ਜਾਣਾ ਸੁਭਾਵਕ ਹੈ। ਉਹ ਬੋਲ ਗੁੱਸੇ ਵਿੱਚ ਸੁਭਾਵਕ ਹੋ ਗਏ ਸਨ। ਸੱਚੇ ਪਾਤਸ਼ਾਹ ਕਿਰਪਾ ਕਰੋ। ਤੇ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਜੇ ਸਾਡੇ ਕੋਲ ਰਹਿ ਕੇ ਖਿਮਾ ਸਹਾਰਨਾ ਇਹ ਗੁਣ ਹੀ ਨਾ ਸਿੱਖੇ ਤੇ ਫਾਇਦਾ ਕੀ ਹੈ ਗੁਰੂ ਕੋਲ ਰਹਿ ਕੇ ਸੇਵਾ ਕਰਨ ਦਾ। ਬਾਬਾ ਅਮਰਦਾਸ ਜੀ ਨੇ ਹੱਥ ਜੋੜ ਕੇ ਖਿਮਾ ਮੰਗੀ ਸੀ, ਮਹਾਰਾਜ ਅਗਾਂਹ ਤੋਂ ਕਦੇ ਐਸਾ ਬੋਲ ਨਹੀਂ ਕਰਦੇ। ਤੋ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਦੇ ਰਹੇ। ਖਡੂਰ ਸਾਹਿਬ ਦੀ ਧਰਤੀ 'ਤੇ ਬਹੁਤ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਰਹਿਮਤਾਂ ਵਰਤਾਈਆਂ ਨੇ। ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਖਡੂਰ ਸਾਹਿਬ ਦੀ ਧਰਤੀ 'ਤੇ ਬੈਠ ਕੇ ਜੋਤ ਜਗਾ ਰਹੇ ਨੇ, ਸਤਿਗੁਰੂ ਗਿਆਨ ਦਾ ਚਾਨਣ ਕਰ ਰਹੇ ਨੇ। ਜੰਮੇ ਪੂਰਬ ਬੀਜਿਆ, ਵਿੱਚ ਵਿੱਚ ਹੋਰ ਕੂੜੀ ਚਤੁਰਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਵੀ ਵੇਖੋ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਪੁੱਤਰਾਂ ਨੂੰ ਛੱਡ ਕੇ ਗੁਰਿਆਈ ਗੁਰੂ ਅਮਰਦਾਸ ਜੀ ਨੂੰ ਦਿੱਤੀ ਸੀ। ਕਿਉਂ? ਕਿਉਂਕਿ ਜੰਮੇ ਪੂਰਬ ਬੀਜਿਆ, ਜੋ ਪਹਿਲਾਂ ਬੀਜਿਆ ਹੁੰਦਾ ਨਾ ਉਹ ਜੰਮਦਾ ਹੈ, ਉੱਗਦਾ ਹੈ। ਜੋ ਬੀਜ ਬੀਜਿਆ ਉਹਦਾ ਫਲ ਮਿਲਣਾ ਹੈ। ਭਾਈ ਲਹਿਣੇ ਨੇ ਸੇਵਾ ਕੀਤੀ, ਗੁਰੂ ਅੰਗਦ ਦੇਵ ਬਣ ਗਏ। ਬਾਬਾ ਅਮਰਦਾਸ ਜੀ ਨੇ ਸੇਵਾ ਕੀਤੀ, ਗੁਰੂ ਅੰਗਦ ਦੇਵ ਜੀ ਨੇ ਪੁੱਤਰਾਂ ਨੂੰ ਛੱਡ ਕੇ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦਿੱਤੀ। ਜੋ ਯੋਗ ਸੀ, ਵਿੱਚ ਵਿੱਚ ਹੋਰ ਕੂੜੀ ਚਤੁਰਾਈ, ਤੇ ਵਿੱਚ ਜੋ ਹੋਰ ਗੱਲਾਂ ਕਰਦੇ ਸਿਰਫ ਪਦਾਰਥਾਂ ਤੱਕ ਹੀ, ਇਹ ਵਡਿਆਈ ਮਿਲਣ ਤੱਕ ਹੀ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਵੇਂ ਉਹਨਾਂ ਦੇ ਪੁੱਤਰ ਬਾਬਾ ਦਾਤੂ ਜੀ, ਬਾਬਾ ਦਾਸੂ ਜੀ ਯਤਨ ਕਰਦੇ ਰਹੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਨਾਂ ਦੀਆਂ ਚਤਰਾਈਆਂ ਜਿਹੜੀਆਂ ਵਿੱਚ ਵਿੱਚ ਕੀਤੀਆਂ ਨੇ, ਕੂੜੀਆਂ ਨੇ, ਸਾਰੀਆਂ ਝੂਠੀਆਂ ਹਨ। ਕਿਉਂਕਿ ਬਾਬਾ ਦਾਤੂ ਤੇ ਬਾਬਾ ਦਾਸੂ ਉਹਨਾਂ ਨੂੰ ਇਹ ਗੁਰਿਆਈ ਤੁਰ ਤੋਂ ਪ੍ਰਾਪਤ ਹੋਣੀ ਨਹੀਂ ਸੀ ਲਿਖੀ। ਬਾਬਾ ਅਮਰਦਾਸ ਜੀ ਨੇ 12 ਸਾਲ ਸੇਵਾ ਕਰਕੇ ਮਹਾਰਾਜ ਦੀ ਗਾਗਰ ਢੋਈ, ਹਰ ਤਰ੍ਹਾਂ ਦੀ ਸੇਵਾ ਕੀਤੀ ਤੇ ਗੁਰੂ ਅੰਗਦ ਦੇਵ ਜੀ ਤੋਂ ਗੁਰਤਾ ਗੱਦੀ ਪ੍ਰਾਪਤ ਕੀਤੀ। ਲਹਿਣੇ ਪਾਈ ਨਾਨਕੋਂ, ਦੇਣੀ ਅਮਰਦਾਸ ਘਰ ਆਈ। ਭਾਈ ਲਹਿਣਾ ਜੀ ਨੇ ਹੁਕਮ ਮੰਨ ਕੇ ਸੇਵਾ ਕਰਕੇ ਗੁਰੂ ਨਾਨਕ ਸਾਹਿਬ ਜੀ ਤੋਂ ਇਹ ਗੁਰਤਾ ਗੱਦੀ ਪ੍ਰਾਪਤ ਕੀਤੀ ਸੀ। ਦੇਣੀ ਅਮਰਦਾਸ ਘਰ ਆਈ। ਤੇ ਹੁਣ ਗੁਰੂ ਅੰਗਦ ਦੇਵ ਜੀ ਨੂੰ ਇਹ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਦੇ ਘਰ ਦੇਣੀ ਬਣ ਆਈ ਹੈ। ਸੇਵਾ ਕੀਤੀ ਹੈ ਲੰਮਾ ਸਮਾਂ, ਭਾਵਨਾ ਦੇ ਨਾਲ ਸੇਵਾ ਕਰਦੇ ਰਹੇ ਹੈ। ਗੁਰੂ ਅੰਗਦ ਦੇਵ ਮਹਾਰਾਜ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਵਾਰ ਖਡੂਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਸਨ। ਉਦੋਂ ਬਾਬਾ ਅਮਰਦਾਸ ਜੀ ਮਿਲਣ ਆਏ, ਕਿਉਂਕਿ ਰਿਸ਼ਤੇਦਾਰੀ ਤਾਂ ਸੀ, ਕੁੜਮਾਚਾਰੀ ਸੀ। ਗੁਰੂ ਅੰਗਦ ਦੇਵ ਮਹਾਰਾਜ ਦੀ ਪੁੱਤਰੀ ਬੀਬੀ ਅਮਰੋ ਬਾਬਾ ਅਮਰਦਾਸ ਜੀ ਦੇ ਭਤੀਜੇ ਭਾਈ ਜੱਸੂ ਨਾਲ ਵਿਆਹੇ ਹੋਏ ਸਨ। ਉਦੋਂ ਨਾ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਤੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਸੀ ਬਾਬਾ ਅਮਰਦਾਸ ਜੀ ਨੇ। ਚੌਲ, ਸ਼ੱਕਰ ਤੇ ਕੁਝ ਹੋਰ ਖਾਣ ਵਾਲਾ ਪਦਾਰਥ ਮਿਲਾ ਕੇ ਸਤਿਗੁਰੂ ਨੂੰ ਛਕਾਏ ਸਨ। ਤੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਸੀ ਗੁਰੂ ਅੰਗਦ ਦੇਵ ਜੀ ਨੂੰ ਕਿ ਇਸ ਨੇ ਅਮਰਦਾਸ ਨੇ ਇਹ ਸਾਨੂੰ ਭੋਜਨ ਛਕਾ ਕਰਕੇ ਕਰਜਈ ਕਰ ਲਿਆ ਹੈ ਤੇ ਇਹ ਬਹੁਤ ਕੁਝ ਲੈ ਕੇ ਜਾਵੇਗਾ। ਤੇ ਬਾਬਾ ਅਮਰਦਾਸ ਨੇ ਕੋਈ ਖਾਸ ਧਿਆਨ ਸੁਭਾਵਕ ਨਹੀਂ ਦਿੱਤਾ। ਪਰ ਜਦੋਂ 12 ਸਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਕੇ ਵਡਿਆਈ ਮਿਲੀ, ਫਿਰ ਉਹ ਬਚਨ ਚੇਤੇ ਆਇਆ ਕਿ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਸੀ, ਲਹਿਣੇ ਪਾਈ ਨਾਨਕੋਂ, ਦੇਣੀ ਅਮਰਦਾਸ ਘਰ ਆਈ। ਭਾਈ ਲਹਿਣੇ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਗੁਰਗੱਦੀ ਪ੍ਰਾਪਤ ਕੀਤੀ, ਗੁਰੂ ਅੰਗਦ ਦੇਵ ਬਣੇ ਤੇ ਗੁਰੂ ਅੰਗਦ ਦੇਵ ਜੀ ਨੇ ਧੰਨ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਬਖਸ਼ੀ ਹੈ। ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ। ਗੁਰ ਬੈਠਾ ਅਮਰ ਸਰੂਪ ਹੋਏ,
ਜਦੋਂ ਤੀਜੇ ਥਾਂ 'ਤੇ ਗੁਰਿਆਈ ਮਿਲੀ। ਅੰਮ੍ਰਿਤ ਸਰੂਪ ਉਹ ਸਰੂਪ ਜਿਹੜਾ ਕਦੇ ਵੀ ਖਤਮ ਹੋਣ ਵਾਲਾ ਨਹੀਂ, ਅੰਮ੍ਰਿਤ ਤੋਂ ਭਾਵ ਮਰਨ ਵਾਲਾ ਨਹੀਂ, ਐਸਾ ਸਵਰੂਪ ਅੰਮ੍ਰਿਤ ਸਰੂਪ ਹੋ ਕੇ ਗੁਰੂ ਅਮਰਦਾਸ ਜੀ ਗੁਰਤਾ ਗੱਦੀ 'ਤੇ ਬੈਠੇ ਨੇ। ਗੁਰਮੁਖ ਪਾਈ ਦਾਤ ਇਲਾਹੀ, ਅਤੇ ਆਪਣੀ ਗੁਰਮੁਖਤਾਈ ਕਰਕੇ ਇਹ ਇਲਾਹੀ ਈਸ਼ਵਰੀ ਜਿਹੜੀ ਰੱਬੀ ਦਾਤ ਹੈ ਗੁਰੂ ਅਮਰਦਾਸ ਜੀ ਨੇ ਪ੍ਰਾਪਤ ਕੀਤੀ। ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨ ਲਖਿਆ ਜਾਈ। ਗੋਇੰਦਵਾਲ ਨਗਰ ਫਿਰ ਵਸਾਇਆ, ਉਜੜ ਜਾਂਦਾ ਸੀ। ਭਾਈ ਗੋਂਦੇ ਨੇ ਬੇਨਤੀ ਕੀਤੀ ਸੀ ਗੁਰੂ ਅੰਗਦ ਦੇਵ ਜੀ ਨੂੰ, ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਨੂੰ ਭੇਜਿਆ ਸੀ ਬਿਆਸ ਦੇ ਕੰਢੇ ਨਗਰ ਵਸਾਓ। ਭੱਟਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਕੀਤਾ ਹੈ, ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਭੱਟ ਜਲਨ ਜੀ ਕਹਿੰਦੇ ਨੇ ਗੋਇੰਦਵਾਲ ਨਗਰ ਸੱਚਖੰਡ ਵਰਗਾ ਗੁਰੂ ਅਮਰਦਾਸ ਜੀ ਨੇ ਬਿਆਸ ਦਰਿਆ ਦੇ ਕੰਢੇ 'ਤੇ ਵਸਾਇਆ। ਇਹ ਨਗਰ ਗੁਰੂ ਅਮਰਦਾਸ ਮਹਾਰਾਜ ਨੇ ਵਸਾਇਆ। ਅਚਰਜ ਖੇਲ ਨਾ ਲਖਿਆ ਜਾਈ, ਇਹ ਗੁਰੂ ਦੀ ਅਚਰਜ ਖੇਡ ਹੈ ਜੋ ਸਮਝੀ ਨਹੀਂ ਜਾ ਸਕਦੀ। ਦਾਤ ਜੋਤ ਖਸਮੈ ਵਡਿਆਈ, ਜੋਤ ਦੀ ਦਾਤ ਤੇ ਵਡਿਆਈ ਇਹ ਖਸਮ ਪ੍ਰਭੂ ਰੂਪ ਸਤਿਗੁਰੂ ਜੀ ਦੇ ਹੱਥ ਵਸ ਹੈ, ਜਿਸ ਨੂੰ ਚਾਹਵੇ ਗੁਰੂ ਉਸ ਨੂੰ ਦਿੰਦਾ ਹੈ। ਦਾਤ ਜੋਤ, ਜੋਤ ਦੀ ਦਾਤ, ਗੁਰਿਆਈ ਦੀ ਦਾਤ, ਇਹ ਤਾਂ ਸਤਿਗੁਰੂ ਜਿਸ ਨੂੰ ਚਾਹੁੰਦੇ ਹੈ, ਜੋ ਯੋਗ ਹੁੰਦਾ ਹੈ, ਮਹਾਰਾਜ ਉਸੇ ਨੂੰ ਇਹ ਵਡਿਆਈ ਬਖਸ਼ਦੇ ਹੈ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਕੀਤੀ, ਅਤੇ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਆ ਕੇ ਟਿਕ ਗਏ। ਇੱਥੇ ਮਹਾਰਾਜ ਟਿਕ ਕੇ ਕਲਿਆਣ ਕਰਦੇ ਰਹੇ, ਉਪਦੇਸ਼ ਦਿੰਦੇ ਰਹੇ, ਸਿੱਖੀ ਦ੍ਰਿੜ ਕਰਵਾਉਂਦੇ ਰਹੇ। ਸੋ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸੰਗਤ ਨੇ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨ ਲਖਿਆ ਜਾਈ। ਦਾਤ ਜੋਤ ਖਸਮੈ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ कोई न जाने तुमरा अंत, ऊंची सकल समगरी तुमरा सुधारी। तुमरी गत मित कमी जानी, नानक दास सदा ਜੀਉ ਪਿੰਡ ਸਭ ਤੇਰਾ।